ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸ਼ੁਰੂ ਕਰਦੇ ਹਾਂ ਅੱਜ ਦੀ ਸਟੋਰੀ। ਵਿਜੇ ਹਜੇ ਤੱਕ ਕਿਉਂ ਨਹੀਂ ਆਇਆ? ਤੁਸੀਂ ਉਸ ਨੂੰ ਫੋਨ ਕੀਤਾ ਕਿ ਨਹੀਂ? ਮੇਰਾ ਦਿਲ ਬੈਠਾ ਜਾ ਰਿਹਾ ਹੈ, ਮੈਨੂੰ ਬੇਚੈਨੀ ਹੋ ਰਹੀ ਹੈ। ਸੁਲੋਚਨਾ ਜੀ ਸਿਸਕਦੇ ਹੋਏ ਬੋਲੀ। ਹਾਂ ਬਸ ਆ ਹੀ ਰਿਹਾ ਹੈ, ਤੁਸੀਂ ਹੌਸਲਾ ਰੱਖੋ। ਐਨੀ ਦੂਰ ਤੋਂ ਆਵੇਗਾ ਤਾਂ ਸਮਾਂ ਤਾਂ ਲੱਗੇਗਾ ਹੀ ਨਾ। ਇਵੇਂ ਥੋੜੀ ਕਿ ਬੱਸ ਵਿੱਚ ਬੈਠਾ ਤੇ ਪਹੁੰਚ ਗਿਆ। ਤਸੱਲੀ ਰੱਖੋ। ਵਰਿੰਦਰ ਜੀ ਨੇ ਆਪਣੀ ਪਤਨੀ ਨੂੰ ਝੂਠੀ ਤਸੱਲੀ ਦੇ ਨਾਲ ਦਵਾਈ ਵੀ ਦਿੱਤੀ, ਜਿਸ ਨਾਲ ਉਹ ਗਹਿਰੀ ਨੀਂਦ ਵਿੱਚ ਸੌਂ ਗਈ। ਪਾਪਾ ਜੀ, ਮੰਮੀ ਤਾਂ ਸੌਂ ਗਈ ਹੈ, ਘੱਟੋ ਘੱਟ ਤੁਸੀਂ ਤਾਂ ਖਾਣਾ ਖਾ ਲਓ। ਮੰਮੀ ਦੀ ਦੇਖਭਾਲ ਕਰਨ ਲਈ ਤੁਹਾਨੂੰ ਸਵਸਥ ਰਹਿਣਾ ਵੀ ਤਾਂ ਜ਼ਰੂਰੀ ਹੈ। ਰਸੋਈ ਤੋਂ ਬਾਹਰ ਆ ਕੇ ਭਾਰਤੀ ਨੇ ਖਾਣੇ ਵਾਲੀ ਥਾਲੀ ਬਾਬੂ ਜੀ ਦੇ ਸਾਹਮਣੇ ਰੱਖ ਦਿੱਤੀ। ਬੜੇ ਹੀ ਭਰੇ ਹੋਏ ਮਨ ਦੇ ਨਾਲ ਉਹਨਾਂ ਨੇ ਖਾਣਾ ਖਾਧਾ, ਪਰ ਖਾਣਾ ਖਾਣਾ ਵੀ ਤਾਂ ਜ਼ਰੂਰੀ ਹੈ, ਵਰਨਾ ਹਸਪਤਾਲ ਦੀ ਭੱਜ ਦੌੜ ਕੌਣ ਕਰਦਾ। ਪਿਛਲੇ ਕਈ ਮਹੀਨਿਆਂ ਤੋਂ ਸਰਲੋਚਨਾ ਜੀ ਬਿਮਾਰ ਚੱਲ ਰਹੀ ਸੀ। ਹਸਪਤਾਲ ਤਾਂ ਬਹਾਨਾ ਹੈ, ਨਹੀਂ ਤਾਂ ਡਾਕਟਰ ਤਾਂ ਪਹਿਲਾਂ ਹੀ ਕਹਿ ਚੁੱਕੇ ਆ, ਤੁਹਾਡੀ ਪਤਨੀ ਤਾਂ ਕੁਝ ਮਹੀਨੇ ਦੀ ਹੀ ਮਹਿਮਾਨ ਹੈ, ਉਸ ਨੂੰ ਖੁਸ਼ ਰੱਖੋ। ਪਰ ਵਰਿੰਦਰ ਜੀ ਵੀ ਕੀ ਕਰਦੇ? ਸੁਲੋਚਨਾ ਜੀ ਦੀ ਖੁਸ਼ੀ ਤਾਂ ਬਸ ਆਪਣੇ ਬੇਟੇ ਵਿਜੇ ਨੂੰ ਮਿਲਣ ਵਿੱਚ ਹੀ ਸੀ। ਵਿਜੇ ਉਹਨਾਂ ਦਾ ਛੋਟਾ ਬੇਟਾ ਹੈ। ਵਿਜੇ ਦੂਰ ਸ਼ਹਿਰ ਵਿੱਚ ਜਾ ਕੇ ਵਸ ਗਿਆ। ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਅਲਕਾ ਅਤੇ 2 ਬੇਟੇ ਹਨ, ਜੋ ਇੱਥੇ ਘੱਟ ਹੀ ਆਉਂਦੇ ਹਨ। ਲੇਕਿਨ ਜਦੋਂ ਵੀ ਉਹ ਆਉਂਦੇ ਹਨ, ਅਲਕਾ ਬੱਚਿਆਂ ਨੂੰ ਲੈ ਕੇ ਮਾਇਕੇ ਚਲੀ ਜਾਂਦੀ ਹੈ ਤੇ ਵਿਜੇ ਵੀ 2-3 ਦਿਨ ਇੱਥੇ ਰੁਕਦਾ, ਫਿਰ ਆਪਣੇ ਸਸੁਰਾਲ ਚਲਾ ਜਾਂਦਾ। ਆਪਣੇ ਵੱਡੇ ਬੇਟੇ ਨੂੰ ਖੋਹਣ ਤੋਂ ਬਾਅਦ ਸੁਲੋਚਨਾ ਜੀ ਜ਼ਿਆਦਾ ਹੀ ਬਿਮਾਰ ਰਹਿਣ ਲੱਗ ਪਈ ਸੀ। ਸੁਲੋਚਨਾ ਦਾ ਵੱਡਾ ਬੇਟਾ ਰਮੇਸ਼ ਇੱਕ ਸੜਕ ਹਾਦਸੇ ਵਿੱਚ ਮਾਰਿਆ ਗਿਆ ਸੀ। ਉਸ ਦੀ ਪਤਨੀ ਭਾਰਤੀ ਆਪਣੇ ਸੱਸ ਸਸੁਰ ਦੇ ਨਾਲ ਹੀ ਰਹਿੰਦੀ, ਬੜੇ ਹੀ ਮਾਣ ਨਾਲ ਆਪਣੇ ਸੱਸ ਸਸੁਰ ਦੀ ਸੇਵਾ ਕਰਦੀ। ਭਾਰਤੀ ਦੀ ਇੱਕ ਬੇਟੀ ਹੈ ਜੋ ਸਕੂਲ ਪੜ੍ਹਦੀ ਹੈ। ਵਰਿੰਦਰ ਜੀ ਨੂੰ ਕੁਝ ਹੀ ਮਹੀਨੇ ਪਹਿਲਾਂ ਪਤਾ ਚੱਲਿਆ ਕਿ ਉਹਨਾਂ ਦੀ ਪਤਨੀ ਨੂੰ ਦਿਲ ਦੀ ਬਿਮਾਰੀ ਹੈ, ਜੋ ਕਿ ਲਾ ਇਲਾਜ ਹੈ। ਫਿਰ ਵੀ ਉਹਨਾਂ ਨੇ ਬਹੁਤ ਇਲਾਜ ਕਰਵਾਇਆ, ਜਗ੍ਹਾ ਜਗ੍ਹਾ ਤੋਂ ਇਲਾਜ ਕਰਵਾ ਕੇ ਹੁਣ ਥੱਕ ਗਏ ਸੀ। ਹੁਣ ਉਹ ਆਪਣੀ ਪਤਨੀ ਨੂੰ ਘਰ ਲੈ ਕੇ ਆ ਗਏ ਤੇ ਘਰ ਹੀ ਉਸ ਦੀ ਸੇਵਾ ਕਰਦੇ ਸੀ। ਭਾਰਤੀ ਵੀ ਆਪਣੀ ਸੱਸ ਦੀ ਦਿਲ ਤੋਂ ਸੇਵਾ ਕਰਦੀ। ਭਾਰਤੀ ਦੀ ਬੇਟੀ ਰੀਨਾ ਸਿੱਧੀ ਸਕੂਲ ਤੋਂ ਆ ਕੇ ਆਪਣੀ ਦਾਦੀ ਦੇ ਕੋਲ ਰੁਕਦੀ, ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਦੀ, ਉਸ ਨੂੰ ਕਹਾਣੀਆਂ ਸੁਣਾਉਂਦੀ, ਜਿਸ ਦੇ ਨਾਲ ਸੁਲੋਚਨਾ ਜੀ ਦਾ ਮਨ ਬਹਿਲ ਜਾਂਦਾ ਸੀ। ਰਮੇਸ਼ ਇੱਕ ਸਧਾਰਨ ਜੀ ਨੌਕਰੀ ਕਰਦਾ ਸੀ, ਤਨਖਾਹ ਬਹੁਤ ਨਹੀਂ ਸੀ, ਪਰ ਫਿਰ ਵੀ ਘਰ ਦਾ ਖਰਚਾ ਆਰਾਮ ਨਾਲ ਚੱਲ ਜਾਂਦਾ ਸੀ, ਕਿਉਂਕਿ ਵਰਿੰਦਰ ਦੀ ਪੈਨਸ਼ਨ ਦਾ ਸਹਾਰਾ ਉਹਨਾਂ ਨੂੰ ਮਿਲ ਜਾਂਦਾ। ਵਿਜੇ ਚੰਗੀ ਕਮਾਈ ਕਰਦਾ ਸੀ। ਵਿਜੇ ਦੀ ਪਤਨੀ ਅਲਕਾ ਨੂੰ ਆਪਣੀ ਪਤੀ ਦੇ ਕਮਾਈ ਤੇ ਬੜਾ ਘਮੰਡ ਸੀ, ਜਿਸ ਕਰਕੇ ਉਹ ਆਪਣੀ ਜਠਾਣੀ ਦੀ ਵੀ ਇੱਜ਼ਤ ਨਹੀਂ ਕਰਦੀ। ਜਦੋਂ ਉਹ ਘਰ ਆਉਂਦੀ ਤਾਂ ਆਪਣੀ ਜਠਾਣੀ ਤੇ ਹੁਕਮ ਚਲਾਉਂਦੀ ਸੀ, ਰਸੋਈ ਵਿੱਚ ਪੈਰ ਵੀ ਨਹੀਂ ਰੱਖਦੀ ਸੀ। ਉਹ ਘਰ ਵਿੱਚ ਖਰਚਾ ਵੀ ਨਹੀਂ ਦਿੰਦੀ ਸੀ ਤੇ ਨਾ ਹੀ ਸੱਸ ਸਸੁਰ ਦੇ ਇਲਾਜ ਲਈ ਉਸਨੇ ਕੋਈ ਵੀ ਪੈਸਾ ਖਰਚਿਆ ਸੀ। ਉੱਥੇ ਹੀ ਭਾਰਤੀ ਬਹੁਤ ਹੀ ਨਿਮਰਤਾ ਰੱਖਣ ਵਾਲੀ ਸੀ, ਆਪਣੇ ਘੱਟ ਪੈਸਿਆਂ ਵਿੱਚ ਵੀ ਗੁਜ਼ਾਰਾ ਕਰ ਲੈਂਦੀ। ਉਹ ਆਪਣੇ ਸੱਸ ਸਸੁਰ ਨੂੰ ਆਪਣੇ ਮਾਤਾ ਪਿਤਾ ਦੇ ਸਮਾਨ ਸਮਝਦੀ ਸੀ, ਉਹਨਾਂ ਦੀ ਸੇਵਾ ਕਰਦੀ ਸੀ। ਜਦੋਂ ਰਮੇਸ਼ ਦੀ ਮੌਤ ਹੋ ਗਈ ਤੇ ਉਸਦੇ ਮਾਇਕੇ ਵਾਲਿਆਂ ਨੇ ਉਸ ਨੂੰ ਨਾਲ ਚੱਲਣ ਦੀ ਇੱਜ਼ਤ ਕੀਤੀ, ਪਰ ਉਸ ਨੂੰ ਪਤਾ ਸੀ ਉਸ ਦੀਆਂ 2 ਭਾਬੀਆਂ ਨੇ ਜੋ ਉਸ ਦਾ ਜੀਵਨ ਨਰਕ ਕਰ ਦੇਣਗੀਆਂ, ਇਸ ਲਈ ਉਹ ਆਪਣੇ ਮਾਇਕੇ ਨਹੀਂ ਗਈ। ਇੱਥੇ ਉਸਦੇ ਸੱਸ ਸਸੁਰ ਇਕੱਲੇ ਸੀ ਤੇ ਦੇਵਰ ਦੂਰ ਰਹਿੰਦਾ ਸੀ, ਜੋ ਕਦੇ ਕਦੇ ਆਉਂਦਾ ਸੀ। ਉਸ ਨੂੰ ਆਪਣੇ ਮਾਂ ਪਿਓ ਦੀ ਕੋਈ ਵੀ ਪਰਵਾਹ ਨਹੀਂ ਸੀ। ਭਾਰਤੀ ਦੇ ਮਾਇਕੇ ਵਾਲਿਆਂ ਨੇ ਕਿਹਾ ਕਿ ਤੇਰੀ ਬੇਟੀ ਨੂੰ ਅਸੀਂ ਪਾ ਲਵਾਂਗੇ ਤੇ ਤੂੰ ਦੂਜੀ ਸ਼ਾਦੀ ਕਰ ਲਵੀਂ, ਪਰ ਇਸ ਲਈ ਭਾਰਤੀ ਤਿਆਰ ਨਹੀਂ ਸੀ। ਉਹ ਆਪਣੀ ਬੇਟੀ ਨੂੰ ਮਾਇਕੇ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਤੇ ਨਾ ਹੀ ਚਾਹੁੰਦੀ ਸੀ ਕਿ ਉਸਦੀ ਬੇਟੀ ਦਾਦੀ ਦਾਦੇ ਤੋਂ ਦੂਰ ਰਹੇ। ਉਹਨਾਂ ਚਾਰਾਂ ਨੇ ਮਿਲ ਕੇ ਫਿਰ ਆਪਣਾ ਪਰਿਵਾਰ ਬਣਾ ਲਿਆ। ਸਾਰੇ ਜਾਣੇ ਖੁਸ਼ ਰਹਿਣ ਲੱਗ ਪਏ ਸੀ, ਪਰ ਸੁਲੋਚਨਾ ਜੀ ਦੀ ਬਿਮਾਰੀ ਨੇ ਸਾਰਿਆਂ ਨੂੰ ਤੋੜ ਕੇ ਰੱਖ ਦਿੱਤਾ। ਭਾਰਤੀ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ, ਇਸ ਲਈ ਕਿਤੇ ਨੌਕਰੀ ਨਹੀਂ ਕਰ ਸਕੀ, ਪਰ ਵਰਿੰਦਰ ਜੀ ਆਪਣੀ ਪਤਨੀ, ਬਹੂ ਤੇ ਪੋਤੀ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਸੀ। ਵਿਜੇ ਨੂੰ ਕਈ ਵਾਰ ਮੈਸੇਜ ਕਰ ਦਿੰਦੇ ਤੇ ਬਿਮਾਰੀ ਦੀ ਸੂਚਨਾ ਦੇ ਦਿੰਦੇ, ਪਰ ਉਹ ਵਾਪਸ ਨਹੀਂ ਆਇਆ, ਕਿਉਂਕਿ ਅਲਕਾ ਨੇ ਵਿਜੇ ਨੂੰ ਆਉਣ ਹੀ ਨਹੀਂ ਦਿੱਤਾ ਸੀ। ਉਸਨੇ ਕਿਹਾ ਸੀ, ਇੰਨੀ ਦੂਰ ਜਾਣ ਦਾ ਕਿਰਾਇਆ ਬਹੁਤ ਲੱਗਦਾ ਹੈ, ਤਬੀਅਤ ਪੁੱਛਣ ਲਈ ਇੰਨਾ ਖਰਚਾ ਕਿਉਂ ਕਰਨਾ? ਜਦੋਂ ਮੰਮੀ ਨਹੀਂ ਰਹੂਗੀ ਉਦੋਂ ਤਾਂ ਅਸੀਂ ਜਾਣਾ ਹੀ ਹੈ, ਉਦੋਂ ਤੇ ਜਾਣਾ ਜ਼ਰੂਰੀ ਹੋਵੇਗਾ। ਵਿਜੇ ਦੇ ਮਨ ਵਿੱਚ ਇਹ ਗੱਲ ਬੈਠ ਗਈ ਤੇ ਉਹ ਆਪਣੀ ਮੰਮੀ ਸੁਲੋਚਨਾ ਦੇ ਜਾਣ ਦਾ ਇੰਤਜ਼ਾਰ ਕਰਨ ਲੱਗਾ। ਪਰ ਉਹ ਇਹ ਗੱਲ ਨਹੀਂ ਜਾਣਦਾ ਸੀ ਕਿ ਉਸਦੀ ਮਾਂ ਸੁਲੋਚਨਾ ਦੇ ਸਾਹ ਤਾਂ ਉਸਦੇ ਵਿੱਚ ਹੀ ਅਟਕੇ ਹੋਏ ਹਨ, ਉਸ ਨੂੰ ਮਿਲਣਾ ਚਾਹੁੰਦੀ ਹੈ। ਉਸਦੀਆਂ ਅੱਖਾਂ ਆਪਣੇ ਬੇਟੇ ਨੂੰ ਦੇਖਣ ਲਈ ਤਰਸ ਰਹੀਆਂ ਹਨ। ਬੱਚੇ ਵੱਡੇ ਹੋ ਜਾਂਦੇ ਹਨ ਤੇ ਬਾਹਰ ਕਮਾਉਣ ਨਿਕਲ ਜਾਂਦੇ ਹਨ, ਫਿਰ ਉਹਨਾਂ ਦੀਆਂ ਭਾਵਨਾਵਾਂ ਵੀ ਮਰ ਜਾਂਦੀਆਂ ਹਨ। ਮਾਤਾ ਪਿਤਾ ਤੋਂ ਜ਼ਰੂਰੀ ਉਹਨਾਂ ਲਈ ਪੈਸਾ ਹੋ ਜਾਂਦਾ ਹੈ। ਇਹੀ ਹਾਲ ਵਿਜੇ ਦਾ ਸੀ।
ਉਹ ਆਪਣੀ ਮਾਂ ਨੂੰ ਨਾ ਮਿਲਣ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਸੀ, ਪਰ ਉਧਰ ਸਲੋਚਨਾ ਜੀ ਆਪਣੇ ਬੇਟੇ ਦਾ ਰੋਜ਼ ਇੰਤਜ਼ਾਰ ਕਰਦੀ, ਜਿਸ ਤੇ ਵਰਿੰਦਰ ਜੀ ਉਸ ਨੂੰ ਰੋਜ਼ ਹੀ ਝੂਠ ਬੋਲ ਦਿੰਦੇ। ਇੱਕ ਸੁਬਹ ਭਾਰਤੀ ਆਪਣੇ ਸੱਸ ਦੇ ਕਮਰੇ ਵਿੱਚ ਗਈ, ਦੇਖਿਆ ਕਿ ਉਹ ਗਹਿਰੀ ਨੀਂਦ ਵਿੱਚ ਸੀ। ਵਰਿੰਦਰ ਜੀ ਨੇ ਬਾਹਰੋਂ ਆ ਕੇ ਉਹਨਾਂ ਨੂੰ ਹਿਲਾਇਆ ਤਾਂ ਉਹ ਹਿੱਲੀ ਨਹੀਂ। ਡਾਕਟਰ ਨੇ ਆ ਕੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇੱਕ ਮਾਂ ਆਪਣੇ ਬੇਟੇ ਦਾ ਇੰਤਜ਼ਾਰ ਕਰਦੀ ਕਰਦੀ ਚੱਲ ਵਸੀ। ਭਾਰਤੀ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਸੀ, ਕਿਉਂਕਿ ਉਸਨੇ ਆਪਣੀ ਸੱਸ ਨੂੰ ਮਾਂ ਦੇ ਬਰਾਬਰ ਹੀ ਸਮਝਿਆ ਸੀ, ਕਿਉਂਕਿ ਉਸਦੀ ਸੱਸ ਉਸਨੂੰ ਬਹੁਤ ਪਿਆਰ ਦਿੰਦੀ ਸੀ। ਵਰਿੰਦਰ ਜੀ ਬੜੇ ਹੀ ਦੁਖੀ ਸੀ ਅਤੇ ਉਹਨਾਂ ਨੇ ਆਪਣੇ ਬੇਟੇ ਵਿਜੇ ਨੂੰ ਮੌਤ ਦੀ ਸੂਚਨਾ ਨਹੀਂ ਦਿੱਤੀ, ਪਰ ਰਿਸ਼ਤੇਦਾਰਾਂ ਵਿੱਚੋਂ ਕਿਸੇ ਨੇ ਵਿਜੇ ਨੂੰ ਫੋਨ ਕਰ ਦਿੱਤਾ ਤਾਂ ਵਿਜੇ ਆਪਣੇ ਪਰਿਵਾਰ ਸਹਿਤ ਘਰ ਆ ਗਿਆ। ਸਲੋਚਨਾ ਜੀ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ ਤੇ ਸਾਰੇ ਕਿਰਿਆ ਕਾਰਡ ਕਰਨੇ ਸੀ। ਪੰਡਤ ਜੀ ਨੇ ਆਵਾਜ਼ ਦਿੱਤੀ ਕਿ ਵੱਡਾ ਬੇਟਾ ਅੱਗੇ ਆ ਜਾਵੇ। ਇਹ ਸੁਣ ਕੇ ਵਰਿੰਦਰ ਜੀ ਤੇ ਭਾਰਤੀ ਰੋਣ ਲੱਗ ਪਏ, ਕਿਉਂਕਿ ਵੱਡਾ ਬੇਟਾ ਤਾਂ ਹੁਣ ਸੰਸਾਰ ਵਿੱਚ ਹੀ ਨਹੀਂ ਸੀ। ਪੰਡਤ ਜੀ ਨੇ ਛੋਟੇ ਬੇਟੇ ਨੂੰ ਕਿਹਾ ਤਾਂ ਵਿਜੇ ਨੇ ਅੱਗੇ ਕਦਮ ਵਧਾਏ, ਤਾਂ ਉਸੇ ਟਾਈਮ ਵਰਿੰਦਰ ਜੀ ਨੇ ਵਿਜੇ ਨੂੰ ਰੋਕ ਦਿੱਤਾ ਤੇ ਕਿਹਾ, ਉਸ ਦਾ ਕੋਈ ਛੋਟਾ ਬੇਟਾ ਨਹੀਂ ਹੈ, ਆਪਣੀ ਪਤਨੀ ਦੇ ਸਾਰੇ ਕਿਰਿਆਕਰਮ ਮੈਂ ਹੀ ਕਰੂੰਗਾ। ਇਹ ਸੁਣ ਕੇ ਵਿਜੇ ਨੂੰ ਬੜਾ ਝਟਕਾ ਲੱਗਾ। ਉਹ ਗੁੱਸੇ ਵਿੱਚ ਬੋਲਿਆ, ਪਾਪਾ ਤੁਸੀਂ ਇਵੇਂ ਕਿਵੇਂ ਕਰ ਸਕਦੇ ਹੋ? ਮੰਮੀ ਦੇ ਸਾਰੇ ਕਿਰਿਆਕਰਮ ਮੈਨੂੰ ਕਰਨ ਦਿਓ, ਮੈਂ ਉਹਨਾਂ ਦਾ ਬੇਟਾ ਹਾਂ। ਵਿਜੇ ਤੂੰ ਆਪਣੇ ਸਾਰੇ ਹੱਕ ਖੋਹ ਦਿੱਤੇ ਹਨ। ਜੋ ਬੇਟਾ ਮਾਂ ਦੇ ਜੀਂਦੇ ਜੀ ਉਸ ਨੂੰ ਮਿਲਣ ਨਹੀਂ ਆਇਆ, ਉਹ ਉਸਦੇ ਜਾਣ ਤੋਂ ਬਾਅਦ ਸਾਰੇ ਕਿਰਿਆਕਰਮ ਕਰਕੇ ਕੀ ਜਿਤਾਉਣਾ ਚਾਹੁੰਦਾ ਹੈ। ਤੇ ਮੰਮੀ ਤੇਰੇ ਲਈ ਤਰਸਦੀ ਰਹਿ ਗਈ, ਪਰ ਤੂੰ ਨਹੀਂ ਆਇਆ। ਉਸਦੀ ਆਤਮਾ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲੂਗੀ। ਰਮੇਸ਼ ਦੇ ਮਰਨ ਦਾ ਗਮ ਉਸਦੇ ਦਿਲ ਵਿੱਚ ਬਹੁਤ ਸੀ। ਉਹ ਦੁੱਖ ਤੋਂ ਬਾਹਰ ਆ ਸਕਦੀ ਸੀ ਅਗਰ ਤੂੰ ਉਸ ਨੂੰ ਆਪਣਾ ਪਿਆਰ ਦਿੰਦਾ, ਆਪਣਾਪਨ ਦਿਖਾਉਂਦਾ, ਲੇਕਿਨ ਤੂੰ ਤਾਂ ਉਸ ਤੋਂ ਮੂੰਹ ਹੀ ਫੇਰ ਲਿਆ ਸੀ। ਹੁਣ ਤੇਰੇ ਆਉਣ ਦਾ ਕੋਈ ਮਤਲਬ ਨਹੀਂ ਹੈ। ਤੂੰ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਜਾ ਸਕਦਾ ਹੈ। ਵਰਿੰਦਰ ਜੀ ਦੇ ਸਾਰੇ ਕਿਰਿਆਕਰਮ ਖੁਦ ਹੀ ਕੀਤੇ ਤੇ ਵਿਜੇ ਨੂੰ ਹੱਥ ਤੱਕ ਨਹੀਂ ਲਾਉਣ ਦਿੱਤਾ। ਵਿਜੇ ਅਤੇ ਉਸਦੀ ਪਤਨੀ ਉੱਥੇ ਹੀ ਰਹੇ, ਕਿਉਂਕਿ ਰਿਸ਼ਤੇਦਾਰਾਂ ਦਾ ਉਹਨਾਂ ਤੇ ਦਬਾਅ ਸੀ। ਸਲੋਚਨਾ ਜੀ ਦੀ ਮੌਤ ਨੂੰ 15 ਦਿਨ ਹੋ ਗਏ। ਸਾਰੇ ਰਿਸ਼ਤੇਦਾਰਾਂ ਦੇ ਹੁੰਦਿਆਂ ਇੱਕ ਐਲਾਨ ਵਰਿੰਦਰ ਜੀ ਨੇ ਕੀਤਾ ਕਿ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਣੀ ਜਾਇਦਾਦ ਵੰਡ ਦੇਣਾ ਚਾਹੁੰਦਾ ਹਾਂ, ਤਾਂ ਕਿ ਤੁਸੀਂ ਲੋਕ ਇਹ ਗੱਲ ਦੇ ਗਵਾਹ ਹੋਵੋ ਕਿ ਮੈਂ ਕਿਸੇ ਦੇ ਨਾਲ ਅਨਿਆਂ ਨਹੀਂ ਕੀਤਾ। ਮੈਂ ਆਪਣੀ ਵਸੀਅਤ ਬਣਾ ਲਈ ਹੈ। ਮੇਰੇ ਇਸ ਦੁਨੀਆ ਤੇ ਜਾਣ ਤੋਂ ਬਾਅਦ ਇਸ ਘਰ ਤੇ ਪਿੰਡ ਵਾਲੀ ਜ਼ਮੀਨ, ਸਲੋਚਨਾ ਦੇ ਸਾਰੇ ਗਹਿਣੇ ਮੈਂ ਆਪਣੀ ਬਹੂ ਭਾਰਤੀ ਅਤੇ ਪੋਤੀ ਦੇ ਨਾਮ ਕਰਦਾ ਹਾਂ। ਪਾਪਾ ਤੁਸੀਂ ਅਨਿਆਏ ਨਹੀਂ ਕਰ ਸਕਦੇ। ਬੇਟੇ ਦੇ ਰਹਿੰਦੇ ਹੋਏ ਤੁਸੀਂ ਆਪਣੀ ਸਾਰੀ ਜਾਇਦਾਦ ਬਹੂ ਤੇ ਪੋਤੀ ਦੇ ਨਾਮ ਕਿਸ ਤਰ੍ਹਾਂ ਕਰ ਸਕਦੇ ਹੋ? ਤੁਹਾਡਾ ਇੱਕ ਬੇਟਾ ਮਰਿਆ ਹੈ, ਦੂਜਾ ਤਾਂ ਜਿੰਦਾ ਹੈ। ਤੁਹਾਡੀ ਜਾਇਦਾਦ ਤੇ ਸਿਰਫ ਮੇਰਾ ਹੱਕ ਹੈ। ਭਰਾ ਤਾਂ ਹੁਣ ਰਿਹਾ ਨਹੀਂ ਤੇ ਭਾਬੀ ਦਾ ਕੀ ਹੱਕ ਬਣਦਾ ਹੈ? ਇਸ ਨੂੰ ਤੁਸੀਂ ਪੇਕੇ ਭੇਜ ਦਿਓ। ਵਿਜੇ ਦੀ ਪਤਨੀ ਨੇ ਵੀ ਹਾਮੀ ਭਰਦੇ ਹੋਏ ਕਿਹਾ, ਪਾਪਾ ਜੀ ਤੁਹਾਡੇ ਦੋ ਦੋ ਪੋਤੇ ਹਨ, ਫਿਰ ਤੁਸੀਂ ਜਾਇਦਾਦ ਆਪਣੀ ਪੋਤੀ ਦੇ ਨਾਮ ਕਿਵੇਂ ਕਰ ਸਕਦੇ ਹੋ? ਇਹ ਤਾਂ ਬਿਲਕੁਲ ਵੀ ਠੀਕ ਨਹੀਂ। ਲੱਗਦਾ ਹੈ ਭਾਬੀ ਨੇ ਕੋਈ ਕਾਲਾ ਜਾਦੂ ਕਰਕੇ ਸਾਰੀ ਜਾਇਦਾਦ ਆਪਣੇ ਨਾਮ ਕਰਵਾ ਲਈ ਹੈ। ਮੇਰੇ ਪਤੀ ਔਰ ਬੱਚਿਆਂ ਦੇ ਬਾਰੇ ਨਹੀਂ ਸੋਚਿਆ। ਇੰਨੇ ਵੱਡੇ ਸ਼ਹਿਰ ਵਿੱਚ ਅਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਾਂ। ਅਸੀਂ ਸੋਚਿਆ ਸੀ ਜਾਇਦਾਦ ਨੂੰ ਵੇਚ ਕੇ ਸ਼ਹਿਰ ਵਿੱਚ ਆਪਣਾ ਫਲੈਟ ਲੈ ਲਵਾਂਗੇ, ਪਰ ਭਾਬੀ ਨੇ ਤਾਂ ਸਾਡੇ ਸਾਰੇ ਸੁਪਨਿਆਂ ਦੇ ਉੱਤੇ ਪਾਣੀ ਫੇਰ ਦਿੱਤਾ। ਤੁਸੀਂ ਦੋਨੋਂ ਚੁੱਪ ਰਹੋ। ਮੇਰੇ ਲਈ ਮੇਰੇ ਦੋਨੋਂ ਬੇਟੇ ਮਰ ਗਏ ਹਨ। ਤੁਸੀਂ ਕਦੇ ਵੀ ਆਪਣੀ ਮਾਂ ਦੀ ਤਬੀਅਤ ਨੂੰ ਪੁੱਛਣ ਨਹੀਂ ਆਏ। ਜਦ ਇਲਾਜ ਦੇ ਲਈ ਪੈਸਿਆਂ ਦੀ ਜ਼ਰੂਰਤ ਸੀ ਤਾਂ ਵੀ ਤੁਸੀਂ ਨਹੀਂ ਆਏ। ਜਦ ਬੁੱਢੇ ਮਾਂ-ਬਾਪ ਨੂੰ ਤੁਹਾਡੇ ਸਹਾਰੇ ਦੀ ਲੋੜ ਸੀ ਤਦ ਵੀ ਨਹੀਂ ਸੀ ਆਏ। ਤਾਂ ਤੇਰੀ ਭਾਬੀ ਇਕੱਲੀ ਸਾਡੇ ਦੋਵਾਂ ਦੀ ਸੇਵਾ ਕਰ ਰਹੀ ਸੀ, ਹਰ ਰਿਸ਼ਤਾ ਨਿਭਾ ਰਹੀ ਸੀ, ਤਾਂ ਵੀ ਤੂੰ ਨਹੀਂ ਆਇਆ। ਹੁਣ ਜਾਇਦਾਦ ਲਈ ਇੰਨਾ ਮੂੰਹ ਖੋਲ ਰਹੇ ਹੋ। ਕਦੀ ਕਿਉਂ ਨਹੀਂ ਕਿਹਾ ਕਿ ਪਾਪਾ ਤੁਸੀਂ ਚਿੰਤਾ ਨਾ ਕਰੋ, ਤੁਹਾਡਾ ਇੱਕ ਬੇਟਾ ਗਿਆ ਹੈ, ਇੱਕ ਤਾਂ ਹਜੇ ਹੈਗਾ ਹੈ, ਉਹ ਤੁਹਾਡਾ ਸਹਾਰਾ ਬਣੇਗਾ। ਅਲਕਾ ਬਹੂ ਤੂੰ ਵੀ ਕਿਹੜੀ ਜ਼ਿੰਮੇਵਾਰੀ ਨਿਭਾਈ ਹੈ? ਤੂੰ ਵੀ ਕਿਹੜੀ ਕੋਈ ਜ਼ਿੰਮੇਵਾਰੀ ਨਿਭਾਈ ਹੈ ਕਿ ਤੂੰ ਵਸੀਅਤ ਪਾਉਣ ਦਾ ਹੱਕ ਰੱਖਦੀ ਹੈ? ਮੇਰੇ ਲਈ ਤਾਂ ਮੇਰੇ ਬੇਟੇ, ਬਹੂ ਤੇ ਬੇਟੀ ਤਿੰਨਾਂ ਦਾ ਫਰਜ਼ ਮੇਰੀ ਬਹੂ ਭਾਰਤੀ ਨੇ ਹੀ ਨਿਭਾਇਆ ਹੈ। ਭਾਰਤੀ ਹੀ ਹੈ ਜੋ ਸਾਡੇ ਨਾਲ ਹਰ ਕਦਮ ਤੇ ਖੜੀ ਰਹੀ, ਚਾਹੇ ਹਸਪਤਾਲ ਜਾਣਾ ਹੋਵੇ, ਚਾਹੇ ਮੰਦਰ ਜਾਣਾ ਹੋਵੇ। ਭਾਰਤੀ ਹੀ ਸੀ ਜਿਨੇ ਅੰਨਾਪੂਰਨਾ ਬਣ ਕੇ ਸਾਡੇ ਪੇਟ ਭਰੇ, ਬੜੇ ਪ੍ਰੇਮ ਨਾਲ ਖਾਣਾ ਖਵਾਇਆ। ਭਾਰਤੀ ਹੀ ਸੀ ਜਿਸ ਨੇ ਇੱਕ ਬੇਟੀ ਬਣ ਕੇ ਦੁੱਖ ਦੀ ਹਰ ਘੜੀ ਵਿੱਚ ਸਾਡੇ ਅਥਰੂ ਪੂੰਝੇ। ਭਾਰਤੀ ਨੇ ਆਪਣੇ ਸਾਰੇ ਫਰਜ਼ ਨਿਭਾਏ। ਇਸ ਦੇ ਲਈ ਕਦੇ ਵੀ ਉਸਨੇ ਸਾਡੇ ਕੋਲੋਂ ਕੁਝ ਮੰਗਿਆ ਨਹੀਂ, ਕੋਈ ਇੱਛਾ ਨਹੀਂ ਜਤਾਈ। ਅਲਕਾ ਬਹੂ ਤੂੰ ਇਸ ਘਰ ਦੇ ਲਈ ਸਾਡੇ ਲਈ ਕੀ ਕੀਤਾ? ਤੂੰ ਤਾਂ ਆਪਣੇ ਪਤੀ ਤੱਕ ਨੂੰ ਉਸਦੀ ਮਾਂ ਨਾਲ ਮਿਲਣ ਨਹੀਂ ਦਿੱਤਾ। ਤੂੰ ਕਦੇ ਇੱਕ ਗਲਾਸ ਪਾਣੀ ਵੀ ਸਾਨੂੰ ਪਿਲਾਇਆ ਹੋਇਆ ਏ? ਅੱਜ ਵਿਜੇ ਨੇ ਤੇਰੇ
ਕਰਕੇ ਆਪਣੇ ਘਰ ਆਉਣਾ ਛੱਡ ਦਿੱਤਾ। ਜਦ ਤੈਨੂੰ ਸਾਡੇ ਨਾਲ ਕੋਈ ਮਤਲਬ ਹੀ ਨਹੀਂ, ਸਾਡੇ ਦੁੱਖ ਸੁੱਖ ਨਾਲ ਕੋਈ ਮਤਲਬ ਨਹੀਂ, ਤਾਂ ਸਾਡੀ ਜਾਇਦਾਦ ਨਾਲ ਵੀ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਭਾਰਤੀ ਸਾਡੀ ਵਜ੍ਹਾ ਕਰਕੇ ਆਪਣੇ ਮਾਇਕੇ ਨਹੀਂ ਗਈ। ਉਸਨੇ ਦੂਜੀ ਸ਼ਾਦੀ ਨਹੀਂ ਕੀਤੀ, ਆਪਣਾ ਜੀਵਨ ਇਸ ਘਰ ਨੂੰ ਹੀ ਸਮਰਪਿਤ ਕਰ ਦਿੱਤਾ। ਸਾਡੀ ਪੋਤੀ ਰੀਨਾ ਨੇ ਵੀ ਸਾਡਾ ਬਹੁਤ ਧਿਆਨ ਰੱਖਿਆ। ਇੱਕ ਰੋਜ਼ ਆਪਣੀ ਦਾਦੀ ਨੂੰ ਸਮਾਂ ਦਿੰਦੀ ਸੀ, ਮਿੱਠੀ ਜ਼ੁਬਾਨ ਨਾਲ ਦਾਦੀ ਨੂੰ ਕਹਾਣੀਆਂ ਸੁਣਾਉਂਦੀ ਸੀ। ਰੀਨਾ ਵੀ ਸਾਡੀ ਸੰਤਾਨ ਦੀ ਸੰਤਾਨ ਹੈ। ਰੀਨਾ ਲੜਕੀ ਹੈ ਤਾਂ ਕੀ ਹੋਇਆ? ਉਸਨੇ ਸਾਨੂੰ ਦਾਦੀ ਦਾਦਾ ਹੋਣ ਦਾ ਅਹਿਸਾਸ ਕਰਵਾਇਆ। ਮੰਨਿਆ ਕਿ ਤੇਰੇ ਦੋ ਦੋ ਬੇਟੇ ਹਨ, ਪਰ ਸਾਡੇ ਨਾਲ ਇਹ ਕਦੇ ਨਹੀਂ ਰਹੇ। ਅਜੇ ਤੱਕ ਵੀ ਇਹਨਾਂ ਨੂੰ ਗੋਦ ਵਿੱਚ ਅਸੀਂ ਨਹੀਂ ਖਿਲਾਇਆ। ਕਦੀ ਇੱਕ ਰਾਤ ਵੀ ਇਹ ਬੱਚੇ ਆਪਣੀ ਦਾਦੀ ਦਾਦੇ ਦੇ ਨਾਲ ਸੁੱਤੇ ਨਹੀਂ, ਕਦੇ ਸਾਡੇ ਨਾਲ ਖੇਲੇ ਨਹੀਂ। ਅੱਜ ਮੇਰੇ ਪੋਤੇ ਵੀ ਮੇਰੀ ਜਾਇਦਾਦ ਵਿੱਚ ਕੋਈ ਹੱਕ ਨਹੀਂ ਰੱਖਦੇ। ਜੀਵਨ ਦਾ ਕੁਝ ਪਤਾ ਨਹੀਂ, ਨਾ ਜਾਣੇ ਕਦੋਂ ਕੀ ਹੋ ਜਾਵੇ। ਇਸ ਲਈ ਮੈਂ ਹੁਣੇ ਸਾਰਿਆਂ ਦੇ ਸਾਹਮਣੇ ਸਭ ਨੂੰ ਦੱਸ ਰਿਹਾ ਹਾਂ, ਕਿਤੇ ਮੇਰੇ ਜਾਣ ਤੋਂ ਬਾਅਦ ਤੁਸੀਂ ਦੋਵੇਂ ਮੇਰੇ ਬਹੂ ਅਤੇ ਪੋਤੀ ਨੂੰ ਬੇਘਰ ਨਾ ਕਰ ਦਿਓ। ਇਸ ਲਈ ਆਪਣੀ ਵਸੀਅਤ ਬਣਾ ਲਈ ਹੈ। ਵਰਿੰਦਰ ਜੀ ਦੀ ਗੱਲ ਸੁਣ ਕੇ ਉੱਥੇ ਸਨਾਟਾ ਛਾ ਗਿਆ। ਵਿਜੇ ਅਤੇ ਅਲਕਾ ਇਹ ਸਭ ਸੁਣ ਕੇ ਬਹੁਤ ਸ਼ਰਮਿੰਦੇ ਹੋਏ। ਵਰਿੰਦਰ ਜੀ ਤੋਂ ਮਾਫੀ ਮੰਗਣ ਲੱਗੇ, ਪਰ ਉਹਨਾਂ ਨੇ ਮਾਫ ਨਹੀਂ ਕੀਤਾ ਤੇ ਕਿਹਾ, ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕ ਮਾਰ-ਮਾਰ ਕੇ ਪੀਂਦਾ ਹੈ। ਹੁਣ ਮੇਰਾ ਤੁਹਾਡੇ ਦੋਵਾਂ ਉੱਤੇ ਵਿਸ਼ਵਾਸ ਨਹੀਂ ਰਿਹਾ। ਤੁਸੀਂ ਦੋਨੋਂ ਇੱਥੋਂ ਜਾ ਸਕਦੇ ਹੋ। ਵਿਜੇ ਆਪਣੇ ਪਰਿਵਾਰ ਨੂੰ ਲੈ ਕੇ ਚਲਾ ਗਿਆ। ਵਰਿੰਦਰ ਜੀ ਆਪਣੇ ਲੋਕਰ ਵਿੱਚ ਭਾਰਤੀ ਦਾ ਨਾਮ ਨੋਮਨੀ ਕਰਵਾ ਦਿੱਤਾ ਤੇ ਪਿੰਡ ਦੀ ਜ਼ਮੀਨ ਵੇਚ ਕੇ ਜੋ ਧਨ ਇਕੱਠਾ ਹੋਇਆ ਸੀ, ਭਾਰਤੀ ਦੇ ਨਾਮ ਬੈਂਕ ਅਕਾਊਂਟ ਖੁਲਵਾ ਕੇ ਉਹਦੇ ਵਿੱਚ ਪਵਾ ਦਿੱਤਾ, ਜਿਸ ਨਾਲ ਹਰ ਮਹੀਨੇ ਵਿਆਜ ਦੇ ਰੂਪ ਵਿੱਚ ਚੰਗੀ ਆਮਦਨੀ ਹੋ ਜਾਂਦੀ। ਜਿੰਦੇ ਜੀ ਉਹਨਾਂ ਨੇ ਆਪਣੇ ਬਹੂ ਅਤੇ ਪੋਤੀ ਦੇ ਲਈ ਸਭ ਇੰਤਜ਼ਾਮ ਕਰ ਦਿੱਤੇ, ਕਿਉਂਕਿ ਜੋ ਪੈਨਸ਼ਨ ਮਿਲ ਰਹੀ ਸੀ ਉਹ ਤਾਂ ਉਹਨਾਂ ਦੇ ਜਿੰਦੇ ਜੀ ਹੀ ਮਿਲ ਪਾਵੇਗੀ। ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਭਾਰਤੀ ਔਰ ਨੇਹਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਆਪਣੇ ਵੱਡੇ ਘਰ ਵਿੱਚੋਂ ਕੁਝ ਕਮਰੇ ਕਿਰਾਏ ਤੇ ਦੇ ਦਿੱਤੇ ਤਾਂ ਕਿ ਉਸ ਨਾਲ ਰੀਨਾ ਦੀ ਪੜ੍ਹਾਈ ਦਾ ਖਰਚਾ ਤੇ ਘਰ ਦਾ ਖਰਚਾ ਚੱਲਦਾ ਰਹੇ। ਸਮਾਜ ਅਤੇ ਰਿਸ਼ਤੇਦਾਰਾਂ ਵਿੱਚ ਇਸ ਅਨੋਖੇ ਬਟਵਾਰੇ ਨੂੰ ਲੈ ਕੇ ਬੜੇ ਚਰਚੇ ਸੀ। ਲੋਕ ਬੇਟੇ ਦੇ ਹੁੰਦੇ ਹੋਏ ਬਹੂ ਦੇ ਨਾਮ ਜਾਇਦਾਦ ਹੁੰਦੀ ਦੇਖ ਸਾਰੇ ਪ੍ਰਸ਼ੰਸਾ ਕਰ ਰਹੇ ਸੀ। ਪਾਠਕੋ, ਬਹੂ ਦੇ ਨਾਮ ਜਾਇਦਾਦ ਵੀ ਕਰ ਸਕਦੇ ਹਾਂ। ਜਿਸ ਬਹੂ ਨੇ ਬੇਟੇ ਤੋਂ ਵੱਧ ਘਰ ਦੇ ਫਰਜ਼ ਨਿਭਾਏ ਹਨ, ਉਹ ਬਹੂ ਹੀ ਅਸਲੀ ਮਾਇਨੇ ਵਿੱਚ ਜਾਇਦਾਦ ਦੀ ਹੱਕਦਾਰ ਹੁੰਦੀ ਹੈ। ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ? ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ। ਇਸ ਤਰ੍ਹਾਂ ਦੀਆਂ ਪਰਿਵਾਰਿਕ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ।